सत श्रीकाल तुसीं देख रहे हो पंजाब मेल यूएसए टीवी। मेरा नाम जतिंदर सिंह खैरा। प्रोग्राम अखबारनामा एक बार फिर तो ਤੁਹਾਨੂੰ ਸਾਰਿਆਂ ਨੂੰ ਵੇਕਅਪ ਕਾਲ ਲੈ ਕੇ ਮੈਂ ਹਾਜ਼ਰ ਹਾਂ। ਫਿਲਹਾਲ यूएसए टाइम ने जो लिखा है वो एक तरीके ਦੇ ਨਾਲ ਹੁਣ ਦੀ ਇੱਕ ਤਰੀਕੇ ਨਾਲ ਬਹੁਤ ਵੱਡੀ ਹੈਡਲਾਈਨ ਹੈ। यूएस टाइम ਜਿਹੜਾ ਲਿਖ ਰਿਹਾ ਹੈ ਕਿ ਕਮਾਲਾ ਹੈਰਿਸ हैज़ already broken two Senate ties on COVID relief. She could give a Democrats more victories in future. ਕਮਲਾ ਹੈਰਿਸ ਜਿਹੜੇ ਨੇ ਉਹ ਟਾਈ ਬ੍ਰੇਕਰ ਬਣ ਚੁੱਕੇ ਨੇ ਐਂਡ ਲਗਾਤਾਰ ਜਿਹੜੀ ਉਹਨਾਂ ਦੀ ਵੋਟ ਹੈ ਉਹ ਬੜੀ ਵੱਡਾ ਕਾਊਂਟ ਜਿਹੜਾ ਹੈ ਉਹ ਕਰੇਗੀ। ਅਸੀਂ ਦੇਖਿਆ ਸੀ ਕਿ ਰਿਪਬਲਿਕਨ ਔਰ ਡੈਮੋਕ੍ਰੈਟਸ ਦੇ ਵਿੱਚ ਲਗਾਤਾਰ ਖਿੱਚਤਾਣ ਜਿਹੜੀ ਹੈ ਉਹ ਬੜੀ ਹੋਈ ਸੀਗੀ ਕੋਵਿਡ ਪੈਕੇਜ ਨੂੰ ਲੈ ਕੇ, ਜਿਸੇ ਡੈਮੋਕ੍ਰੇਟ ਜਿਹੜੇ ਨੇ ਉਹ ਚਾਹੁੰਦੇ ਸੀ ਕਿ 1.9 ਟ੍ਰਿਲੀਅਨ ਜਿਹੜਾ ਹੈ ਉਹ ਪੈਕੇਜ ਹੋਵੇ, ਕਿਉਂਕਿ ਇੱਕ ਤਰੀਕੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਮਰੀਕਨ ਇਕਨੋਮੀ ਨੂੰ। ਮੈਂ ਪਹਿਲਾਂ ਵੀ ਖਬਰ ਦੱਸ ਚੁੱਕਾ ਤੁਹਾਨੂੰ ਕਿ ਚਾਈਨਾ ਜਿਹੜਾ ਹੈ ਉਹ ਬਿਜ਼ਨਸ ਦੇ ਮਾਮਲੇ ਦੇ ਵਿੱਚ, ਫੋਰਨ ਇਨਵੈਸਟਰ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਹੋ ਗਿਆ ਹੈ। ਜਿੱਥੇ ਪਹਿਲਾਂ ਅਸੀਂ ਗੱਲ ਕਰਦੇ ਸੀ ਕਿ ਅਮਰੀਕਾ ਇੱਦਾਂ ਦੀ ਕੰਟਰੀ ਹੈ ਜਿਹਨੇ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਡੋਮੀਨੇਟ ਕੀਤਾ ਹੋਇਆ ਸੀ ਇਸ ਵਰਲਡ ਨੂੰ, ਪਰ ਜੋ ਕਰੋਨਾ ਆਇਆ ਹੈ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਹਿੱਟ ਕੀਤਾ ਹੈ, ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਵਰਗੀ ਕੰਟਰੀ ਦਾ ਹੋਇਆ ਹੈ। ਇਸ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਹੁਣ ਇਹ ਪੈਕੇਜ ਆਉਣ ਤੋਂ ਬਾਅਦ ਕਿਵੇਂ ਜਿਹੜਾ ਹੈ ਰੋਲ ਆਊਟ ਹੁੰਦੇ ਨੇ, ਕਿਵੇਂ ਲੋਕ ਜਿਹੜੇ ਨੇ ਉਹ ਵੱਖਰੀ ਤਰੀਕੇ ਦੇ ਨਾਲ ਮੁੜ ਆਪਣੀ ਪ੍ਰਾਈਵੇਟ ਲਾਈਫ ਨੂੰ ਜਿਹੜਾ ਹੈ ਇਨਹਾਂਸ ਕਰਕੇ ਇੱਕ ਅਮਰੀਕਨ ਜਿਹੜਾ ਹੈ ਉਹ ਇੱਕ ਇਕੋਨਮੀ ਨੂੰ ਕਿਵੇਂ ਯੋਗਦਾਨ ਦੇ ਰਿਹਾ ਹੈ। ਵੈਲ ਇਸ ਦੇ ਉੱਤੇ ਜਿਹੜੀ ਇਸ US ਟੂਡੇ ਨੇ ਲਿਖਿਆ ਹੈ ਵੱਖਰੇ ਤਰੀਕੇ ਦੇ ਨਾਲ। ਐਂਡ ਅਰਾਊਂਡ 5 AM Friday in the national capital, a bleary-eyed senator who had spent a hour debating a COVID relief bill looked up to see Vice President Kamala Harris presiding over the ਚੈਂਬਰ। ਲਗਾਤਾਰ ਇਹ ਸੋਚਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਇੱਕ ਵਾਈਸ ਡਿਸੀਜ਼ਨ ਲੈਣ ਦੇ ਲਈ ਕਮਲਾ ਹੈਰਿਸ ਤੋਂ ਵੀ ਸਲਾਹ ਰਹੇ ਨੇ। ਅਸੀਂ ਦੇਖਿਆ ਸੀ ਕਿ ਜਿਹੜੇ 10 ਰਿਪਬਲਿਕਸ ਨੇ ਜਿਹੜੇ ਇਹ ਚਾਹੁੰਦੇ ਸੀ ਕਿ ਇਹ ਬਿੱਲ ਜਿਹੜਾ ਹੈ ਉਹਦੇ ਵਿੱਚ ਕੱਟ ਕੀਤਾ ਜਾਵੇ ਔਰ ਇਹਨੂੰ ਬਿਲੀਅਨ ਤੱਕ ਹੀ ਸੀਮਤ ਰੱਖਿਆ ਜਾਵੇ। ਉਹਨਾਂ ਦੀ ਮੀਟਿੰਗ ਹੁੰਦੀ ਹੈ ਵਾਈਟ ਹਾਊਸ ਦੇ ਵਿੱਚ, ਪਰ ਫਿਰ ਵੀ ਉਹ ਲਗਾਤਾਰ ਕੋਈ ਸਹਿਮਤੀ ਨਹੀਂ ਬਣੀ। ਫਿਰ ਉਸ ਤੋਂ ਬਾਅਦ ਜਦੋਂ ਸੀਨੇਟ ਨੇ ਜਿਹੜਾ ਹੈ ਇਸ ਨੂੰ ਬਜਟ ਜਿਹੜਾ ਹੈ ਉਸ ਨੂੰ ਫੁੱਲ ਪ੍ਰੂਫ ਜਿਹੜਾ ਹੈ ਉਹਨਾਂ ਦੀ ਇਕੋਨਮੀ ਜਿਹੜੀ ਸ਼ਾਖਾ ਹੈ, ਜਿਹੜੀ ਬਿਜ਼ਨਸ ਸ਼ਾਖਾ ਹੈ, ਉਹਨੇ ਇਸ ਨੂੰ ਪੂਰੀ ਤਰੀਕੇ ਦੇ ਨਾਲ ਫੋਲੋ ਕਰ ਦਿੱਤਾ ਸੀਗਾ, ਗ੍ਰੀਨ ਸਿਗਨਲ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਬਾਈਡਨ ਹੋਣਾ ਨੇ ਕਿਹਾ ਸੀ ਕਿ ਅਸੀਂ ਸੋਲੋ ਅਹੈਡ ਹੋ ਸਕਦੇ ਹਾਂ ਜੇ ਸਾਨੂੰ ਸਪੋਰਟ ਨਹੀਂ ਮਿਲਦੀ ਰਿਪਬਲਿਕ ਦੀ। ਲਗਾਤਾਰ ਇਸ ਦੇ ਉੱਤੇ ਗੱਲਾਂ ਹੋ ਰਹੀਆਂ ਨੇ। ਇਸ ਖਬਰ ਨੂੰ ਹਰ ਮੀਡੀਆ ਜਿਹੜਾ ਹੈ, ਅਮਰੀਕਨ ਮੀਡੀਆ ਜਿਹੜਾ ਹੈ ਉਹ ਆਪਣੇ ਫਰੰਟ ਪੇਜ ਤੇ ਛਾਪ ਰਿਹਾ ਹੈ। ਇਸੇ ਅਖਬਾਰ ਜਿਹੜੀ ਅਗਲੀ ਖਬਰ ਜਿਹੜੀ ਹੈ ਉਹਨੂੰ ਬਹੁਤ ਵੱਡੇ ਤਰੀਕੇ ਦੇ ਨਾਲ, ਬਹੁਤ ਇਲੈਬੋਰੇਟ ਤਰੀਕੇ ਦੇ ਨਾਲ ਜਿਹੜਾ ਹੈ ਉਹ ਛਾਪਿਆ ਹੈ। ਮੈਂ ਹਮੇਸ਼ਾ ਕਹਿੰਦਾ ਹੈ ਕਿ ਹਿਊਮਨ ਟੱਚ ਵਾਲੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ, ਜਿਹਨਾਂ ਦੇ ਵਿੱਚ ਹਿਊਮਨ ਟੱਚ ਹੁੰਦਾ ਹੈ, ਹਿਸਟਰੀ ਹੁੰਦੀ ਹੈ, ਇਮੋਸ਼ਨਸ ਹੁੰਦੇ ਨੇ, ਉਹ ਹਮੇਸ਼ਾ ਸਾਨੂੰ ਅਪੀਲ ਕਰਦੀਆਂ ਨੇ। ਔਰ ਇਸ ਵਾਰ ਫਿਰ US ਟੂਡੇ ਨੇ ਇਹ ਪ੍ਰੂਵ ਕਰ ਦਿੱਤਾ। 100 year after the Tulsa massacre, entrepreneurs revive spirit of Black Wall Street। ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਅਮਰੀਕਾ ਦੀ ਇਹਦਾ ਹਿਸਟਰੀ ਰਹੀ ਹੈ ਜਿੱਥੇ ਗੋਰੇ ਜਿਹੜੇ ਨੇ ਉਹ ਸਭ ਤੋਂ ਉੱਪਰ ਦੀ ਆਪਣੇ ਆਪ ਨੂੰ ਸਮਝਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹ ਕਲਾਸ ਹਾਂ, ਔਰ ਜਿੱਥੇ ਅਸੀਂ ਦੂਸਰੀ ਗੱਲ ਕਰੀਏ ਕਿ ਜਿਹੜੇ ਕਾਲੇ ਸਕਿਨ ਵਾਲੇ ਨੇ ਉਹਨਾਂ ਦੇ ਨਾਲ ਲਗਾਤਾਰ ਜਿਹੜਾ ਹੈ ਅਮਰੀਕਾ ਦੇ ਵਿੱਚ ਵਿਤਕਰਾ ਹੁੰਦਾ ਰਿਹਾ, ਉਹਨਾਂ ਦੇ ਨਾਲ ਬਹੁਤ ਸਾਰੇ ਤਸ਼ੱਦਦ ਵੀ ਉਹਨਾਂ ਦੇ ਉੱਤੇ ਢਾਇਆ ਜਾਂਦਾ ਰਿਹਾ ਸੀਗਾ। ਇੱਦਾਂ ਦੀਆਂ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਨੇ ਉਹ ਰਿਫਲੈਕਟ ਵੀ ਕਰਦੀਆਂ ਨੇ ਅਮਰੀਕਨ ਹਿਸਟਰੀ ਨੂੰ, ਔਰ ਜਿਨ੍ਹਾਂ ਦੇ ਵਿੱਚੋਂ ਅਸੀਂ ਬਹੁਤ ਸਾਰਿਆਂ ਨੂੰ ਦੇਖਿਆ ਕਿ ਆਸਕਰ ਵੀ ਮਿਲ ਚੁੱਕਾ ਹੈ। ਦਾਸ ਪ੍ਰਥਾ ਜਿਹੜੀ ਹੈ ਕਿ ਖਰੀਦ ਕੇ ਰੱਖਣਾ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਤਸ਼ੱਦਦ ਕਰਨਾ ਇੱਕ ਬਹੁਤ ਵੱਡਾ ਕਾਰਨ ਸੀ ਅਮਰੀਕਾ ਜਿਹੜਾ, ਜਿੱਥੇ ਕਿ ਹੁਣ ਵੀ ਅਸੀਂ ਦੇਖਿਆ ਕਿ ਟਰੰਪ ਸਾਹਿਬ ਦੇ ਟਾਈਮ ਵੀ ਬਲੈਕ ਲਾਈਵਸ ਮੈਟਰ ਵਰਗੇ ਜਿਹੜੇ ਐਜੀਟੇਸ਼ਨ ਨੇ, ਅੰਦੋਲਨ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ। ਫਿਲਹਾਲ ਇਸੇ ਖਬਰ ਦੇ ਵਿੱਚ ਮੈਂ ਦੱਸਦਾ ਕਿ ਉਹਨਾਂ ਨੇ ਕੀ ਲਿਖਿਆ ਹੋਇਆ ਹੈ। David Eaton believes his entrepreneurial spirit is a part of his DNA, maybe even genetic mutations। ਲਗਾਤਾਰ ਉਹਨਾਂ ਨੇ ਸੰਘਰਸ਼ ਕੀਤਾ ਹੈ ਔਰ ਜੇ ਇਹ ਗੱਲ ਕੀਤੀ ਜਾਵੇ ਕਿ ਇਹ ਵਾਲ ਜਿਹੜੀ ਹੈ ਇਹਨੂੰ ਰਿਵਾਈਵ ਕੀਤਾ ਹੈ, ਇੱਕ ਤਰੀਕੇ ਨਾਲ ਪ੍ਰਤੀਕ ਹੈ, ਬਿਲਕੁਲ ਉਸੇ ਤਰੀਕੇ ਨਾਲ ਪ੍ਰਤੀਕ ਹੈ ਜਿਵੇਂ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਇੰਡੀਅਨ ਜਿਹੜੇ ਆ ਗੱਲ ਕਰਦੇ ਹਾਂ, ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ ਤੇ ਆਜ਼ਾਦੀ ਦੇ ਵਿੱਚ ਸਾਡੇ ਕੋਲੇ ਬਹੁਤ ਜ਼ਿਆਦਾ ਨਾਮ ਆਉਂਦੇ ਨੇ, ਪਰ ਉਹਨਾਂ ਨਾਮ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਸਾਨੂੰ ਲੱਗਦਾ ਹੈ ਕਿ ਭਗਤ ਸਿੰਘ ਹੁਣੀ ਨੇ, ਮਹਾਤਮਾ ਗਾਂਧੀ ਨੇ, ਜਾਂ ਫਿਰ ਇੱਦਾਂ ਲੱਗਦਾ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ। ਇਸ ਕਰਕੇ ਉਹ ਜਦੋਂ ਵੀ ਉਹ ਹੁੰਦਾ ਹੈ ਤਾਂ ਸਾਨੂੰ ਲੱਗਦਾ ਕਿ ਅਸੀਂ ਇੱਕ ਪੋਰਟਰੇ ਕਰਦੇ ਹਾਂ, ਉਹਨਾਂ ਨੂੰ ਇੱਕ ਪ੍ਰਾਊਡ ਪੋਰਟਰੇ ਕਰਦੇ ਹਾਂ। ਬਿਲਕੁਲ ਉਸੇ ਤਰੀਕੇ ਦੇ ਨਾਲ ਹਰ ਕੌਮ ਦਾ ਜਿਹੜਾ ਸੰਘਰਸ਼ ਹੁੰਦਾ ਹੈ, ਹਿਸਟਰੀ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਤਸ਼ੱਦਦ ਸਹਿ ਹੁੰਦੇ ਨੇ ਔਰ ਉਸ ਤੋਂ ਬਾਅਦ ਉਹ ਉੱਪਰ ਉੱਠ ਕੇ ਆਏ ਹੁੰਦੇ ਨੇ, ਉਹਨੂੰ ਉਹ ਪ੍ਰਾਊਡਲੀ ਇੱਕ ਤਰੀਕੇ ਨਾਲ ਫੇਮ ਕਰਨਾ ਚਾਹੁੰਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਰੇਸਿਜ਼ਮ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕਹਾਣੀ ਹੈ। ਮੈਂ ਥੋੜ੍ਹਾ ਜਿਹਾ ਇਸ ਨਿਊਜ਼ ਬਾਰੇ ਪੜ੍ਹਦਾ ਹਾਂ। ਦੈਟ ਜੈਨੇਟਿਕ ਇੰਪੈਰੇਟਿਵ may have been what drove his great grandmother Minnie to move her family from Arkansas to ਸੋ ਇਹ ਤਰੀਕੇ ਨਾਲ ਵਾਲ ਸਟਰੀਟ ਜਿਹੜੀ ਹੈ, ਬਲੈਕ ਵਾਲ ਸਟਰੀਟ ਜਿਹੜੀ ਹੈ ਉਹ ਅਮਰੀਕਨ ਹਿਸਟਰੀ ਦੇ ਵਿੱਚ ਵੀ ਬਹੁਤ ਮੈਟਰ ਕਰਦੀ ਹੈ। ਟਲਸਾ ਮੈਸਕੇਅਰ ਜਿਹੜਾ ਸੀਗਾ ਉਹ 1921 ਦਾ ਪੇਨਫੁਲ ਪਾਸਟ ਆਫ ਬਲੈਕਸ ਦੀ ਗੱਲ ਕਰੀਏ ਕਿ ਉਹਨਾਂ ਦਾ ਇੱਕ ਬਹੁਤ ਦੁਖੀ ਕਰਨ ਵਾਲਾ ਇੱਕ ਹਿਸਟਰੀ ਦਾ ਪਾਰਟ ਹੈ ਜਿਹਨੂੰ ਉਹ ਬਾਰ-ਬਾਰ ਨਹੀਂ ਭੁੱਲ ਸਕਦੇ। ਜਿਵੇਂ ਅਸੀਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਜੋ 47 ਦੇ ਵਿੱਚ ਹੋਇਆ, ਜੋ 84 ਦੇ ਵਿੱਚ ਹੋਇਆ, ਪੰਜਾਬੀ ਨਹੀਂ ਭੁੱਲ ਸਕਦੇ ਕਿਉਂਕਿ ਉਹ ਬਹੁਤ ਵੱਡਾ ਜੈਨੋਸਾਈਡ ਸੀ।
बहुत ज़्यादा डिटेल इस न्यूज़ ਦੇ ਵਿੱਚ ਦਿੱਤੀ ਹੋਈ ਹੈ। ਮੋਰ ਦੈਨ 25 ਲੇਟਰ ਈਟਨ ਰੇਜ਼ ਦ ਮਨੀ ਟੂ ਓਪਨ ਹਿਸ ਬਾਰਬ ਸ਼ਾਪ, ਕਿਵੇਂ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਲਾਮਬੰਦ ਕੀਤਾ ਔਰ ਉਸ ਤੋਂ ਬਾਅਦ ਉਹ ਅੱਗੇ ਵਧੇ। ਇਹ ਸਾਰੀ ਹਿਸਟਰੀ ਜਿਹੜੀ ਹੈ, ਇਸ ਸਾਰਾ ਜਿਹੜਾ ਕ੍ਰਕਸ ਹੈ ਇਸ ਨਿਊਜ਼ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਵੈਲ, ਹਿਊਮਨ ਟੱਚ ਆਲਵੇਜ਼ ਮੈਟਰ ਜਦੋਂ ਅਸੀਂ ਗੱਲ ਕਰਦੇ ਹਾਂ ਮੀਡੀਆ ਦੀ ਔਰ ਮੀਡੀਆ ਸਰਵਿਸਿਜ਼ ਦੀ। ਅਗਲੀ ਖਬਰ ਜਿਹੜੀ ਹੈ ਉਹ ਫੁੱਟਬਾਲ ਦੇ ਨਾਲ ਸੰਬੰਧਿਤ ਹੈ। ਕੋਲਟਸ ਲੈਜੈਂਡ ਪੀਟਨ ਮੈਨਿੰਗ ਲੀਡਸ 2021 ਪ੍ਰੋ ਫੁੱਟਬਾਲ ਹਾਲ ਆਫ ਫੇਮ ਕਲਾਸਿਸ। ਬਹੁਤ ਜ਼ਿਆਦਾ ਪ੍ਰੈਡਿਕਸ਼ਨ ਸੀ ਔਰ ਪ੍ਰੈਡਿਕਸ਼ਨ ਦੇ ਵਿੱਚ ਬਹੁਤ ਸਾਰੇ ਨਾਮ ਆ ਰਹੇ ਸੀ। ਉਹਨਾਂ ਨਾਮਾਂ ਦੇ ਵਿੱਚੋਂ ਇੱਕ ਜਿਹੜਾ ਨਾਮ ਹੈ ਉਹ ਪੀਟਨ ਦਾ ਹੈ ਔਰ ਇਸ ਤਰੀਕੇ ਦੇ ਨਾਲ ਜਦੋਂ ਇਹ ਨਾਮ ਇਸ ਤਰੀਕੇ ਨਾਲ ਸਾਹਮਣੇ ਆਉਣਾ ਹੈ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਲੋਕਾਂ ਨੂੰ ਖੁਸ਼ੀ ਹੋਏਗੀ, ਕਿਉਂਕਿ ਪੀਟਨ ਇਜ਼ ਅ ਡਿਜ਼ਰਵਿੰਗ ਕੈਂਡੀਡੇਟ ਜਦੋਂ ਅਸੀਂ ਗੱਲ ਕਰਦੇ ਹਾਂ। ਵੈਲ, ਇਸ ਨਿਊਜ਼ ਨੂੰ ਥੋੜ੍ਹਾ ਜਿਹਾ ਬਰੀਫ ਦੇ ਨਾਲ ਮੈਂ ਪੜ੍ਹਦਾ ਹਾਂ ਤਾਂ ਲਿਖਿਆ ਹੈ, ਦ ਲੌਂਗ ਐਜ਼ਿਊਮਡ ਇਜ਼ ਨਾਓ ਦ ਅਸ਼ੋਰਡ। Peyton Manning will be enriched and immortalized in a Pro Football Hall of Fame. Well, congratulations to Peyton, and ਮੈਨੂੰ ਲੱਗਦਾ ਹੈ ਕਿ hope for the best ਕਿ ਅਮਰੀਕਾ ਦੇ ਲਈ ਔਰ ਪੂਰੀ ਫੁੱਟਬਾਲ ਜਿਹੜੀ ਫਟਰਨਿਟੀ ਹੈ ਉਹਦੇ ਲਈ ਇੱਕ ਚੰਗਾ ਡਿਸੀਜ਼ਨ ਮੇਕਰ ਹੋਣਗੇ ਔਰ ਚੰਗਾ ਜਿਹੜਾ ਹੈ ਲੀਡ ਕਰਨਗੇ। ਵੈਲ, ਵਾਸ਼ਿੰਗਟਨ ਪੋਸਟ ਨੇ ਲਿਖਿਆ ਹੈ ਬਾਈਡਨ ਨੂੰ ਲੈ ਕੇ, ਬਾਈਡਨ ਇਨਹੈਰਿਟਡ USPS ਕ੍ਰਾਈਸਿਸ, ਹੇਅਰ ਇਜ਼ ਹਾਊ ਡੈਮੋਕ੍ਰੇਟ ਵਾਂਟ ਟੂ ਫਿਕਸ ਇਟ। ਅਮਰੀਕਾ ਜਿਹੜਾ ਮੇਲ ਸਰਵਿਸਿਜ਼ ਹੈ, ਜਿਹੜਾ ਹਾਰਡ ਕਾਪੀ ਮੇਲ ਸਰਵਿਸਿਜ਼ ਹੈ, ਉਹ ਲਗਾਤਾਰ ਕ੍ਰਾਈਸਿਸ ਦੇ ਵਿੱਚ ਹੈ। ਉਹਨੂੰ ਅਪਲਿਫਟ ਕਰਨ ਦੇ ਲਈ ਲਗਾਤਾਰ ਕੰਮ ਵੀ ਹੋ ਰਹੇ ਨੇ। ਟਰੰਪ ਸਾਹਿਬ ਜਦੋਂ ਦੇ ਆਏ ਸੀਗੇ ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਰੈਟਿਕ ਜਿਹੜੀਆਂ ਨੇ, ਸ਼ਾਇਦ ਉਹ ਇੱਦਾਂ ਦੀਆਂ ਸਟੇਟਮੈਂਟ ਜਿਹੜੀਆਂ ਕਿ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ ਜਾਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਨੂੰ ਪਸੰਦ ਆਉਂਦੀਆਂ ਨੇ ਜਿਹੜੇ ਹਾਰਡ ਲਾਈਨਰ ਨੇ, ਉਹਨਾਂ ਤੋਂ ਵੱਧ ਕਿਸੇ ਹੋਰ ਮੁੱਦੇ ਦੇ ਉੱਤੇ ਗੱਲ ਨਹੀਂ ਕਰ ਰਹੇ। ਔਰ ਫਿਲਹਾਲ ਇਹ ਲੱਗਦਾ ਕਿ ਬਾਈਡਨ ਸਾਹਿਬ ਜਦੋਂ ਆਉਣਗੇ ਤਾਂ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹ ਸੁਲਝਾਣਗੇ, ਜਿਨ੍ਹਾਂ ਦੇ ਵਿੱਚੋਂ ਅਸੀਂ ਕਹਿ ਲਈਏ ਕਿ ਕਲਾਈਮੇਟ ਚੇਂਜ ਜਿਹੜਾ ਇੱਕ ਸੀਗਾ ਔਰ ਫਿਰ ਦੁਬਾਰਾ ਉਹ ਪੈਰਿਸ ਐਗਰੀਮੈਂਟ ਦੇ ਵਿੱਚ ਆਉਣਾ ਇੱਕ ਤਰੀਕੇ ਨਾਲ ਸੰਕੇਤ ਹੈ। ਬਹੁਤ ਸਾਰੀਆਂ ਟ੍ਰਾਂਜੀਸ਼ਨ ਹੋਈਆਂ, ਪੋਜ਼ਿਟਿਵ ਟ੍ਰਾਂਜੀਸ਼ਨ ਮੈਂ ਕਹਾਂਗਾ। ਔਰ ਇਸ ਤੋਂ ਇਲਾਵਾ ਜਿਹੜਾ ਹੈ ਇਸ ਖਬਰ ਨੂੰ ਲੈ ਕੇ ਵੀ ਇਹ ਸਮਝਿਆ ਜਾ ਸਕਦਾ ਹੈ ਕਿ ਅੱਗੋਂ ਪੋਜ਼ਿਟਿਵ ਹੋ ਸਕਦਾ ਹੈ। ਦ ਨੇਸ਼ਨਸ ਮੇਲ ਸਰਵਿਸ ਇਜ਼ ਸਲੋਅਰ ਐਂਡ ਮੋਰ ਐਰੈਟਿਕ ਦੈਨ ਇਟਸ ਬੀਨ ਇਨ ਜਨਰੇਸ਼ਨਸ। ਅਸੀਂ ਜਦੋਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਮੇਲ ਹਿਸਟਰੀ ਜਿਹੜੀ ਹੈ, ਯਾਨੀ ਕਿ ਚਿੱਠੀਆਂ ਦੀ ਹਿਸਟਰੀ ਜਿਹੜੀ ਹੈ ਬਹੁਤ ਡੂੰਘੀ ਹੈ ਔਰ ਉਹਦਾ ਇੰਨਾ ਸਲੋ ਹੋ ਜਾਣਾ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਹੈ। ਫਿਊਲਿੰਗ ਡਿਮਾਂਡਸ ਟੂ ਰਿਫਾਰਮ ਦ US ਪੋਸਟਲ ਸਰਵਿਸ। ਸੋ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈ ਕਿ ਰਿਵਾਈਵ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਅਗਲੀ ਖਬਰ ਜਿਹੜੀ ਵਾਸ਼ਿੰਗਟਨ ਪੋਸਟ ਨੇ ਬਣਾਈ ਹੈ ਉਹ ਟਰੰਪ ਸਾਹਿਬ ਦੀ ਇਲੈਕਸ਼ਨ ਕੈਂਪੇਨ ਨੂੰ ਲੈ ਕੇ ਜਾਂ ਇਲੈਕਸ਼ਨ ਪਾਲਿਸੀਜ਼ ਨੂੰ ਲੈ ਕੇ ਬਣਾਈ ਹੋਈ ਹੈ। Trump's elections fraud falsehood have cost taxpayer $519 million and counting. His false claims that the election was stolen have forced local, states, and federal agency to spend millions enhancing security, fending off a lawsuit, and repairing property damage, according to the Washington Post review. ਕਿਤੇ ਨਾ ਕਿਤੇ ਦੇਖੋ, ਜਦੋਂ ਤੁਹਾਡੇ ਉੱਤੇ ਲਾਲਚਨ ਲਗਾਇਆ ਜਾਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਸਾਡੀ ਜਿਹੜੀ ਸਿਕਿਉਰਿਟੀ ਹੈ ਬੀਫ ਅਪ ਹੋ ਜਾਏ, ਅਸੀਂ ਉਸ ਨੂੰ ਚੰਗੇ ਤਰੀਕੇ ਦੇ ਨਾਲ ਉੱਤੇ ਕਾਬਜ਼ ਕਰ ਲਈਏ ਆਪਣੇ ਆਪ ਨੂੰ। ਇਹ ਸਭ ਕੁਝ ਜਿਹੜਾ ਹੈ ਹੁਣ ਅਮਰੀਕਾ ਦੇ ਵਿੱਚ ਵੀ ਹੋ ਰਿਹਾ ਹੈ। ਟਰੰਪ ਸਾਹਿਬ ਇੱਦਾਂ ਦੇ ਮੈਨੂੰ ਲੱਗਦਾ ਹੈ ਕਿ ਲੀਡਰ ਸੀਗੇ ਜਿਨ੍ਹਾਂ ਦੇ ਉੱਤੇ ਕਦੇ ਯਕੀਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਸਟੇਟਮੈਂਟ ਜਿਹੜੀਆਂ ਨੇ ਉਹ ਇੰਨੀਆਂ ਹਾਰਸ਼ ਸੀਗੀਆਂ, ਸ਼ਾਇਦ ਉਹ ਫੈਕਚੁਅਲ ਜੇ ਟੈਸਟ ਕੀਤਾ ਜਾਵੇ ਤਾਂ ਇੱਦਾਂ ਲੱਗਦਾ ਹੈ ਕਿ ਬਿਲਕੁਲ ਉੱਦਾਂ ਦੀਆਂ ਸਟੇਟਮੈਂਟਸ ਨੇ ਜਿਵੇਂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਿਨਾਂ ਸੋਚੇ ਸਮਝੇ ਦੇ ਰਹੇ ਨੇ। ਪਰ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਇਜ਼ ਆਲਵੇਜ਼ ਔਨ ਟੌਪ ਪ੍ਰੀਓਰਿਟੀ, ਕਿ ਉਹ ਹਮੇਸ਼ਾ ਫੈਕਚੁਅਲ ਗੱਲ ਕਰ ਰਿਹਾ ਹੈ। ਜੇ ਉਹ ਮੀਡੀਆ ਬਰੀਫ 'ਤੇ ਗੱਲ ਕਰ ਰਿਹਾ ਤਾਂ ਮੀਡੀਆ ਬਰੀਫ ਵੀ ਉਹਦੀ ਪਰਟੀਕੂਲਰ ਹੁੰਦੀ ਹੈ। ਪਰ ਅਸੀਂ ਜਦੋਂ ਗੱਲ ਕਰ ਰਹੇ ਹਾਂ ਟਰੰਪ ਸਾਹਿਬ ਦੀ ਜਿਹੜੀ ਡਿਊਰੇਸ਼ਨ ਹੈ, ਟਰੰਪ ਸਾਹਿਬ ਦਾ ਪੀਰੀਅਡ ਹੈ, ਟੈਨਿਓਰ ਹੈ, ਉਹਦੇ ਵਿੱਚ ਉਹਨਾਂ ਨੇ ਲਗਾਤਾਰ ਇੱਦਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਸ਼ਾਇਦ ਇੱਕ ਅਮਰੀਕਨ ਪ੍ਰੈਜ਼ੀਡੈਂਟ ਤੋਂ ਤਵੱਕੋ ਨਹੀਂ ਕੀਤੀਆਂ ਜਾ ਸਕਦੀਆਂ। ਵੈਲ, ਅੱਗੇ ਵਧਦੇ ਹਾਂ। ਇਹ ਸੀ ਵਾਸ਼ਿੰਗਟਨ ਪੋਸਟ। ਦੇਖਦੇ ਹਾਂ ਨਿਊਯਾਰਕ ਟਾਈਮਸ ਨੇ ਕੀ ਲਿਖਿਆ ਹੈ ਆਪਣੀ ਹੈਡਲਾਈਨਸ ਦੇ ਵਿੱਚ। ਵੈਲ, ਨਿਊਯਾਰਕ ਟਾਈਮਸ ਵੀ ਸਿਕਿਉਰਿਟੀ ਨੂੰ ਲੈ ਕੇ ਹੀ ਇੱਕ ਖਬਰ ਬਣਾ ਰਿਹਾ ਹੈ। ਲਾਅਸੂਟਸ ਟੇਕ ਦ ਲੀਡ ਇਨ ਫਾਈਟਸ ਅਗੇਨ ਡਿਸਇਨਫੋਰਮੇਸ਼ਨ। ਉਹ ਇਨਫੋਰਮੇਸ਼ਨ ਜਿਹੜੀ ਮਿਸਲੀਡ ਕਰ ਰਹੀ ਹੈ, ਉਹ ਇਨਫੋਰਮੇਸ਼ਨ ਜਿਹੜੀ ਫੈਕਚੁਅਲ ਨਹੀਂ ਹੈ, ਉਹ ਇਨਫੋਰਮੇਸ਼ਨ ਜਿਹਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ, ਉਸ ਇਨਫੋਰਮੇਸ਼ਨ ਨੂੰ ਟੈਕਲ ਕਰਨ ਦੇ ਲਈ ਜਿਹੜਾ ਹੈ ਲਾਅਸੂਟ ਬ੍ਰੌਟ ਬਾਈ ਇਲੈਕਸ਼ਨਸ ਟੈਕਨੋਲੋਜੀ ਕੰਪਨੀਜ਼ ਹੈਵ ਅਚੀਵਡ what years of liberal outrage could not, curbing a misinformation in a right-wing media. ਕਿਤੇ ਨਾ ਕਿਤੇ ਦੇਖੋ, ਜਦੋਂ ਅਸੀਂ ਗੱਲ ਕਰਦੇ ਹਾਂ ਵੀ ਆਰ ਲਿਵਿੰਗ ਇਨ ਇਨਫੋਰਮੇਸ਼ਨ ਐਰਾ, ਜਿੱਥੇ ਇਨਫੋਰਮੇਸ਼ਨ ਜਿਹੜੀ ਹੈ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਹੈ। ਸਾਡੇ ਕੋਲ ਇਨਫੋਰਮੇਸ਼ਨ ਸੋਰਸਿਸ ਜਿਹੜੇ ਨੇ ਉਹ ਵੀ ਬਹੁਤ ਨੇ। ਅਸੀਂ ਜੇ ਕਹੀਏ ਕਿ ਸਾਡੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਟਿਪਸ ਦੇ ਉੱਤੇ ਹੈ। ਅਸੀਂ ਦੁਨੀਆ ਦੇ ਕੋਈ ਵੀ ਕੋਨਾ ਜਿਹੜਾ ਹੈ ਉਹਦੀ ਕੋਈ ਵੀ ਜਾਣਕਾਰੀ ਕਿਤੇ ਬੈਠੇ ਵੀ ਅਸੈਸ ਕਰ ਸਕਦੇ ਹਾਂ। ਪਰ ਜਿੰਨਾ ਇਹ ਈਜ਼ੀ ਸਾਨੂੰ ਲੱਗ ਰਿਹਾ ਹੈ ਉਨਾ ਹੀ ਇਹ ਡੇਂਜਰਸ ਹੋ ਸਕਦਾ ਹੈ ਜਦੋਂ ਅਸੀਂ ਟੈਕਨੋਲੋਜੀ ਬ੍ਰੀਚ ਦੀ ਗੱਲ ਕਰ ਰਹੇ ਹਾਂ, ਇਨਫੋਰਮੇਸ਼ਨ ਬ੍ਰੀਚ ਦੀ ਗੱਲ ਕਰ ਰਹੇ ਹਾਂ, ਇਨਫੋਰਮੇਸ਼ਨ ਮਿਸਗਾਈਡ ਦੀ ਗੱਲ ਕਰ ਰਹੇ ਹਾਂ, ਮਿਸ ਇਨਫੋਰਮੇਸ਼ਨ ਦੀ ਗੱਲ ਕਰ ਰਹੇ ਹਾਂ। ਉਹ ਇਨਫੋਰਮੇਸ਼ਨ ਜਿਹੜੀ ਕਿ ਫੈਕਚੁਅਲ ਨਹੀਂ ਹੈ, ਜਿਹੜੀ ਕਿ ਤੱਥਾਂ ਦੇ ਆਧਾਰ 'ਤੇ ਰਹੀ ਹੈ, ਉਹ ਇੱਕ ਕੰਟਰੀ ਨੂੰ ਹਿਲਾ ਸਕਦੀ ਹੈ ਔਰ ਇੱਕ ਕੰਟਰੀ ਦੇ ਵਿੱਚ ਕੋਲਡ ਵਾਰ ਜਾਂ ਫਿਰ ਕਹਿ ਲਈਏ ਕਿ ਵਾਰ ਵਰਗਾ ਜਿਹੜਾ ਹਾਲਾਤ ਨੇ ਉਹ ਪੈਦਾ ਕਰ ਸਕਦੀ ਹੈ।
Well, Fox Business cancelled the popular show Law Dobbs tonight, and Fox News took the rare step to debunking its own anchor false claim about voter fraud. ਕਿਤੇ ਨਾ ਕਿਤੇ ਦੇਖੋ ਜਦੋਂ ਤੁਸੀਂ ਕਹਿ ਰਹੇ ਹੋ ਕਿ ਇੱਕ ਪੂਰਾ ਜਿਹੜਾ ਸਿਸਟਮ ਹੈ ਉਹ ਇਹ ਕਹਿ ਰਿਹਾ ਹੈ ਕਿ ਵੀ ਆਰ ਨਾਓ ਹੈਵ ਅ ਇਲੈਕਟਿਡ ਪ੍ਰੈਜ਼ੀਡੈਂਟ, ਪਰ ਉਸ ਪ੍ਰੈਜ਼ੀਡੈਂਟ ਨੂੰ ਜਿਹੜਾ ਹੈ ਫਾਰਮਰ ਪ੍ਰੈਜ਼ੀਡੈਂਟ ਕਹਿਣ ਕਿ ਇਹਨੇ ਫਾਲਸ ਤਰੀਕੇ ਦੇ ਨਾਲ, ਇਹਨੇ ਗਲਤ ਤਰੀਕੇ ਦੇ ਨਾਲ ਵੋਟਾਂ ਨੂੰ ਜਿਹੜਾ ਹੈ ਵੋਟਾਂ ਦੇ ਵਿੱਚ ਹੇਰ-ਫੇਰ ਕਰਕੇ ਅੱਗੇ ਆਇਆ ਹੈ, ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਸਿਰਫ ਤੇ ਸਿਰਫ ਹਾਰਡਲਾਈਨਰ ਨੇ ਜਾਂ ਫਿਰ ਟਰੰਪ ਸਾਹਿਬ ਦੇ ਸਪੋਰਟਰ ਨੇ, ਔਰ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਸਾਡੇ ਨਾਲ ਤਾਂ ਬਹੁਤ ਧੋਖਾ ਹੋ ਗਿਆ। ਪ੍ਰਾਊਡ ਬॉयਜ਼ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਇਸਥੋਂ ਹੀ ਉੱਠਿਆ ਹੈ, ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਤਾਂ ਟਰੰਪ ਸਾਹਿਬ ਦੇ ਸਪੋਰਟਰ ਸੀਗੇ ਔਰ ਟਰੰਪ ਸਾਹਿਬ ਦੇ ਨਾਲ ਐਡਾ ਧੋਖਾ ਨਹੀਂ ਹੋ ਸਕਦਾ, ਜਦ ਕਿ ਇਹ ਧੋਖੇ ਦਾ ਕੋਈ ਪ੍ਰੂਫ ਨਹੀਂ ਹੈ, ਕੁਝ ਵੀ ਜਿਹੜਾ ਹੈ ਉਹ ਧੋਖੇ ਦੇ ਨਾਲ ਨਹੀਂ ਹੋਇਆ। ਬਾਰ-ਬਾਰ ਜਿਹੜਾ ਹੈ ਇਲੈਕਟਰੋ ਕਾਲਜ ਜਿਹੜਾ ਹੈ ਉਹਦੀਆਂ ਏਜੰਸੀਜ਼ ਨੇ, ਆਰਗੇਨਾਈਜੇਸ਼ਨ ਜਿਹੜੀਆਂ ਨੇ ਅਮਰੀਕਾ ਦੀਆਂ, ਉਹ ਲਗਾਤਾਰ ਦੱਸ ਰਹੀਆਂ ਨੇ, ਕਲੈਰੀਫਾਈ ਕਰ ਰਹੀਆਂ ਨੇ, ਪਰ ਫਿਰ ਅਸੀਂ ਕਹਿੰਦੇ ਹਾਂ ਕਿ ਇਹ ਯੁੱਗ ਜਿਹੜਾ ਹੈ ਇਨਫੋਰਮੇਸ਼ਨ ਦਾ ਯੁੱਗ ਹੈ। ਵੈਨ ਵੀ ਪਾਸਡ ਐਨੀ ਮਿਸ ਇਨਫੋਰਮੇਸ਼ਨ ਉਹ ਕੋਈ ਵੀ ਤਰੀਕੇ ਦਾ ਕੁਝ ਵੀ ਕ੍ਰੀਏਟ ਕਰ ਸਕਦੀ ਹੈ। ਵੈਲ ਅੱਗੇ ਵਧਦਾ ਹਾਂ ਤਾਂ ਇਸ ਦੀ ਸਬ ਹੈਡਲਾਈਨ ਜਿਹੜੀ ਹੈ ਨੀਚੇ ਬਣੀ ਹੋਈ ਹੈ, ਦ ਮਿਸ਼ੀਗਨ ਰਿਪਬਲਿਕਨ ਪਾਰਟੀ ਚੂਜ਼ ਲਾਇਲ ਟਰੰਪ ਸਪੋਰਟਰ ਫॉर ਇਟਸ ਲੀਡਰਸ਼ਿਪ ਪੋਜੀਸ਼ਨ। ਬਹੁਤ ਸਾਰੇ ਲੋਕਾਂ ਨੇ ਟਰੰਪ ਦੇ ਅਗੇਂਸਟ ਜਿਹੜਾ ਸੀਗਾ, ਜਿਹੜੇ ਉਹਨਾਂ ਦੇ ਪਾਰਟੀ ਸੀਗੇ, ਉਹਨਾਂ ਨੇ ਪਾਰਟੀ ਲਾਈਨਸ ਤੋਂ ਪਰਾਂ ਜਾ ਕੇ ਜਾਂ ਕਹਿ ਲਈਏ ਕਿ ਪਾਰਟੀ ਨੂੰ ਬਿਨਾਂ ਦੇਖੇ ਬਿਨਾਂ ਕੰਸੀਡਰ ਕੀਤੇ ਹੋਏ ਇੱਕ ਚੰਗਾ, ਇੱਕ ਸੱਚ ਦਾ ਸਾਥ ਦੇਣ ਦੇ ਲਈ ਗੱਲਬਾਤ ਕੀਤੀ ਸੀ, ਵੋਟ ਕੀਤਾ ਸੀਗਾ। ਪਰ ਹੁਣ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਉਹਨਾਂ ਲੋਕਾਂ ਦੇ ਉੱਤੇ ਖਤਰਾ ਮੰਡਾ ਰਿਹਾ ਹੈ, ਉਹਨਾਂ ਨੂੰ ਸ਼ਾਇਦ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇਗਾ। ਲਾਇਲ ਲੋਕਾਂ ਨੂੰ ਜਿਹੜਾ ਹੈ ਪਾਰਟੀ ਦੇ ਅੰਦਰ ਰੱਖਿਆ ਜਾਏਗਾ, ਜਿਹੜੇ ਕਿ ਟਰੰਪ ਸਾਹਿਬ ਦੇ ਲਾਇਲ ਨੇ, ਔਰ ਉਹਨਾਂ ਦੇ ਨਾਲ ਹੀ ਕਾਰਵਾਈ ਜਿਹੜੀ ਹੈ, ਪ੍ਰੋਸੈਸ ਜਿਹੜਾ ਹੈ ਅੱਗੇ ਤੱਕ ਕੀਤਾ ਜਾਏਗਾ। ਮੈਂ ਅਗੇਨ ਕਹਿੰਦਾ ਸੀ ਕਿ ਟਰੰਪ ਸਾਹਿਬ ਜਿਹੜੇ ਨੇ ਉਹਨਾਂ ਨੇ ਕੈਪਚਰ ਕਰ ਲਈ ਹੈ ਰਿਪਬਲਿਕਨ ਪਾਰਟੀ, ਔਰ ਇਹ ਲੱਗ ਰਿਹਾ ਹੈ ਕਿ ਉਹਨਾਂ ਦੇ ਡਿਸੀਜ਼ਨ ਜਿਹੜੇ ਨੇ ਸ਼ਾਇਦ ਹਰ ਕਿਸੇ ਨੂੰ ਅੰਦਰ ਜਿਹੜੇ ਨੇ ਉਹ ਮੰਨਣੇ ਪੈ ਰਹੇ ਨੇ। ਰੀਜ਼ਨ ਕੋਈ ਵੀ ਹੋ ਸਕਦਾ ਹੈ, ਪਰ ਇਹ ਬਹੁਤ ਮੰਦਭਾਗਾ ਹੈ ਕਿਸੇ ਵੀ ਡੈਮੋਕ੍ਰੇਸੀ ਦਾ, ਸਪੈਸ਼ਲੀ ਜਦੋਂ ਅਸੀਂ ਅਮਰੀਕਨ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਵਰਲਡਸ ਪਾਵਰਫੁਲ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤਾਂ ਇੱਕ ਬਹੁਤ ਮੰਦਭਾਗੀ ਘਟਨਾ ਹੈ। ਵੈਲ ਇਹ ਸੀ ਨਿਊਯਾਰਕ ਟਾਈਮਜ਼, ਐਂਡ ਅੱਗੇ ਵਧਦੇ ਹਾਂ ਕਿ ਇੰਡੀਅਨ ਨਿਊਜ਼ਪੇਪਰ ਜਿਹੜੇ ਨੇ ਉਹ ਅੱਜ ਕੀ ਲਿਖ ਰਹੇ ਨੇ। ਵੈਲ ਦਾ ਟ੍ਰਿਬਿਊਨ ਜਿਹੜਾ ਲਿਖ ਰਿਹਾ ਹੈ ਉਹ ਚੱਕਾ ਜਾਮ ਇਫੈਕਟਸ ਪੰਜਾਬ, ਹਰਿਆਣਾ ਐਂਡ ਰਾਜਸਥਾਨ। ਕੱਲ ਜਿਹੜਾ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਸੀ ਮੇਨ ਪੁਆਇੰਟਸ ਨੂੰ ਛੱਡ ਕੇ ਬਾਕੀ ਸਾਰੇ ਜਗ੍ਹਾ ਦੇ ਉੱਤੇ ਚੱਕਾ ਜਾਮ ਕੀਤਾ ਜਾਵੇ, ਔਰ ਇੱਕ ਤਰੀਕੇ ਦੇ ਨਾਲ ਇਹ ਦੇਖਿਆ ਜਾਵੇ ਕਿ 26 ਜਨਵਰੀ ਤੋਂ ਬਾਅਦ 6 ਫਰਵਰੀ ਜਿਹੜੀ ਆਉਂਦੀ ਹੈ ਬਹੁਤ ਵੱਡਾ ਸਟ੍ਰੈਚ ਸੀ, ਬਹੁਤ ਵੱਡਾ ਟਾਈਮ ਸੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਲਿਆ ਹੈ, ਕਿਉਂਕਿ ਉਹਨਾਂ ਨੂੰ 70 ਤੋਂ ਜ਼ਿਆਦਾ ਦਿਨ ਹੋ ਗਏ ਨੇ ਉਹਨਾਂ ਜਗ੍ਹਾ ਦੇ ਉੱਤੇ ਬੈਠਿਆਂ ਨੂੰ ਜਿੱਥੇ ਵੀ ਉਹਨਾਂ ਨੇ ਕਦੀ ਇਮੈਜਿਨ ਨਹੀਂ ਕੀਤਾ ਸੀਗਾ ਕਿ ਅਸੀਂ ਰੋਡਸ ਦੇ ਉੱਤੇ ਜਾਵਾਂਗੇ, ਰੋਡ ਬਲੌਕ ਕਰਾਂਗੇ, ਆਪਣੇ ਘਰ ਵਾਪਸ ਆਉਣ ਨੂੰ ਸਾਨੂੰ ਇੰਨਾ ਟਾਈਮ ਲੱਗ ਜਾਏਗਾ। ਇੱਦਾਂ ਲੱਗ ਰਿਹਾ ਹੈ ਕਿ ਸ਼ਾਇਦ ਇੱਕ ਮੁਲਕ ਜਿਹੜਾ ਹੈ ਦੂਸਰੇ ਮੁਲਕ ਨਾਲ ਲੜ ਰਿਹਾ ਹੈ, ਔਰ ਸਰਕਾਰ ਜਿਹੜੀ ਹੈ ਇੱਦਾਂ ਦੀ ਬੈਰੀਗੇਡਿੰਗ ਕਰਕੇ ਬੈਠੀ ਹੈ ਜਿਹੜੀ ਉਹ ਸ਼ਾਇਦ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਹਨਾਂ ਨੇ ਕਦੇ ਸੋਚੀ ਨਾ ਹੋਵੇ। ਵੈਲ ਇਹ ਚੀਜ਼ ਜਿਹੜੀ ਹੈ, ਚਲੋ ਇਹਦੇ ਬਾਰੇ ਤੁਸੀਂ ਬਾਅਦ ਵਿੱਚ ਗੱਲਾਂ ਕਰਾਂਗੇ, ਪਰ ਫਿਲਹਾਲ ਇਸ ਨਿਊਜ਼ ਦੀ ਗੱਲ ਕਰਦਾ ਹਾਂ ਕਿ ਨਿਊਜ਼ ਨੇ ਜਿਹੜਾ ਹੈ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈ ਇਸ ਜਿਹੜਾ ਚੱਕਾ ਜਾਮ ਹੈ ਉਹਨੇ ਇੰਫੈਕਟ ਕੀਤਾ। ਕੱਲ੍ਹ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਟ੍ਰਿਬਿਊਨ ਅਕੋਰਡਿੰਗ ਜਿਹੜਾ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਬੜਾ ਪੀਸਫੁਲ ਤਰੀਕੇ ਦੇ ਨਾਲ ਇਸ ਸਾਰੇ ਚੱਕਾ ਜਾਮ ਨੂੰ ਸਪੋਰਟ ਕੀਤਾ, ਐਂਡ 12 ਤੋਂ 3 ਜਿਹੜੇ ਲੋਕੀ ਆਪਣੇ ਆਪ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਬੰਦ ਹੋ ਗਏ, ਐਂਡ 3 ਵਜੇ ਸਾਰੇ ਹੀ ਹਰ ਕੋਈ ਸਟਾਰਟ ਹੌਂਕਿੰਗ, ਐਂਡ ਬਹੁਤ ਇੱਦਾਂ ਲੱਗਦਾ ਸੀ ਕਿ ਸ਼ਾਇਦ ਇਹ ਉਹ ਪੰਜਾਬ ਹੈ ਜਿਹੜੇ ਪੰਜਾਬੀ ਸੁਰਜੀਤ ਹੋ ਕੇ ਬੈਠੇ ਨੇ, ਲੜ ਰਹੇ ਨੇ ਹੱਕ ਸੱਚ ਦੇ ਲਈ, ਔਰ ਸੱਚ ਦੇ ਨਾਲ ਖੜਨ ਦਾ ਜਿਗਰਾ ਰੱਖ ਰਹੇ ਨੇ। ਫਿਲਹਾਲ ਅਗਲੀ ਗੱਲ ਕਰਾਂ ਤੇ ਇਸੇ ਦੇ ਵਿੱਚ ਸਬ ਹੈਡਲਾਈਨ ਜਿਹੜੀ ਬਣੀ ਹੈ ਉਹ ਹੈ Rakesh Takayat ਨੂੰ ਲੈ ਕੇ, will stay put till October to Rakesh Takayat. Our protest on Delhi outskirt will continue till 2nd of October. Farmer will return only after the government repeal the law and makes a law to ensure guarantee for MSP. ਇਹ ਰਕੇਸ਼ ਟਕੈਤ ਦੀ ਸਟੇਟਮੈਂਟ ਹੈ ਜਿੱਥੇ ਉਹ ਕਹਿ ਰਹੇ ਨੇ ਕਿ ਅਸੀਂ ਅਕਤੂਬਰ 2 ਤੱਕ ਜਿਹੜਾ ਹੈ ਗਵਰਨਮੈਂਟ ਨੂੰ ਟਾਈਮ ਦਿੱਤਾ ਹੈ, ਐਂਡ ਉਸ ਤੋਂ ਬਾਅਦ ਅਸੀਂ ਅਗਲੀ ਪਲੈਨਿੰਗ ਕਰਾਂਗੇ। ਵੀ ਆਰ ਨਾਟ ਅੰਡਰ ਐਨੀ ਪ੍ਰੈਸ਼ਰ, ਕਿ ਅਸੀਂ ਕਿਸੇ ਤਰੀਕੇ ਦੇ ਕੋਈ ਵੀ ਪ੍ਰੈਸ਼ਰ ਦੇ ਅਧੀਨ ਨਹੀਂ ਹਾਂ, ਪਰ ਫਿਰ ਵੀ ਜੇ ਗਵਰਨਮੈਂਟ ਨਹੀਂ ਮੰਨਦੀ ਤੇ 2 ਤੋਂ ਬਾਅਦ ਅਸੀਂ ਐਜੀਟੇਸ਼ਨ ਜਾਂ ਅੰਦੋਲਨ ਨੂੰ ਜਿਹੜਾ ਹੈ ਤੇਜ਼ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਹੈ ਲਿਖਿਆ ਹੈ ਕਿ ਰਿਪਬਲਿਕ ਡੇ ਰੂਟ 2 ਲੀਡਰ ਸਸਪੈਂਡਡ। 2 ਲੀਡਰ ਜਿਹੜੇ ਨੇ ਉਹ ਸਸਪੈਂਡ ਗਏ ਨੇ ਰੂਟ ਨੂੰ ਲੈ ਕੇ। ਦਾ 2 ਲੀਡਰ ਹੈਵ ਬੀਨ ਸਸਪੈਂਡਡ ਫॉर straying from the route for the Republic Day tractor march. Sources said the joint form of 32 Punjab Farm Union has suspended Surjit Singh Phool and President Bharatiya Kisan Union Krantikari and Harpal Singh Sangha Azad Kisan Committee ਦੁਆਬਾ। ਇਹ 2 ਲੋਕ ਜਿਹੜੇ ਨੇ ਸਸਪੈਂਡ ਕਰ ਦਿੱਤੇ ਨੇ। ਰੂਟ ਨੂੰ ਲੈ ਕੇ ਜਿਹੜੀ ਹੈ ਉਹ ਗੱਲਬਾਤ ਹੋ ਰਹੀ ਸੀ ਕਿ ਰੂਟ ਜਿਹੜਾ ਸਟ੍ਰੇਨ ਕੀਤਾ ਹੈ ਉਹ ਇਹਨਾਂ ਦੋਹਾਂ ਦੇ ਬਦੌਲਤ ਹੋਇਆ ਹੈ। ਸੋ ਵੈਲ ਹਰ ਡਿਟੇਲ ਜਿਹੜੀ ਹੈ ਤੁਹਾਡੇ ਤੱਕ ਆਉਂਦੀ ਰਹੇਗੀ। ਇਸ ਤੋਂ ਇਲਾਵਾ ਇਸ ਪੇਪਰ ਨੇ ਕੀ ਛਾਪਿਆ ਹੈ,
ਵੈਲ ਅਗਲੀ ਜਿਹੜੀ ਹੈਡਲਾਈਨ ਹੈ ਉਹ ਫੋਰਨ ਇਨਵੈਸਟਰ ਨੂੰ ਲੈ ਕੇ ਬਣਾਈ ਹੈ। ਮੋਦੀ ਸਾਹਿਬ ਕਹਿ ਰਹੇ ਨੇ ਕਿ ਫੋਰਨ ਇਨਵੈਸਟਰਸ ਫੀਲ ਸਿਕਿਉਰ ਓਇੰਗ ਟੂ ਆਰ ਕੋਰਟ ਸੇਜ਼ ਪੀਐਮ। ਜਿਵੇਂ ਦੀਆਂ ਦੋ ਲਾਈਨਾਂ ਇਸ ਨਿਊਜ਼ ਦੀਆਂ ਪੜ੍ਹਾਂ ਤੇ ਸਭ ਕੁਝ ਕਲੀਅਰ ਹੋ ਜਾਂਦਾ ਹੈ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੈਟਰਡੇ ਪ੍ਰੇਜ਼ ਦ ਜੁਡੀਸ਼ਰੀ ਫॉर ਯੂਜ਼ਿੰਗ ਇਨਫੋਰਮੇਸ਼ਨਸ ਟੈਕਨੋਲੋਜੀ ਪਰਟੀਕੂਲਰਲੀ ਡਿਊਰਿੰਗ ਦ ਕੋਵਿਡ-19। ਕੱਲ੍ਹ ਜਿਹੜੇ ਮੋਦੀ ਸਾਹਿਬ ਨੇ ਸੀ ਉਹ ਗੁਜਰਾਤ ਹਾਈ ਕੋਰਟ ਦੇ ਜਿਹੜਾ ਉਹਨਾਂ ਦਾ ਜਿਹੜਾ ਐਸੋਸੀਏਸ਼ਨ ਜਿਹੜਾ ਉਹਨਾਂ ਦਾ ਦਿਨ ਸੀਗਾ ਜਿਸ ਦਿਨ ਉਹ ਐਸਟੈਬਲਿਸ਼ ਹੋਈ ਸੀਗੀ ਉਹਨੂੰ ਮਨਾਉਣ ਦੇ ਲਈ ਉਹਨਾਂ ਨੇ ਇਹ ਸਭ ਕੁਝ ਕਿਹਾ ਕਿ ਅਸੀਂ ਪ੍ਰੇਜ਼ ਕਰਦੇ ਹਾਂ ਕਿ ਜੁਡੀਸ਼ਰੀ ਨੇ ਕਿਵੇਂ ਕੋਵਿਡ-19 ਦੇ ਉੱਤੇ ਟੈਕਨੋਲੋਜੀ ਦੇ ਜ਼ਰੀਏ ਲੋਕਾਂ ਦੀ ਸੁਣਵਾਈ ਕੀਤੀ। ਪਰ ਇਹ ਕਿੰਨੇ ਕੁ ਲੋਕਾਂ ਦੀ ਸੁਣਵਾਈ ਹੋਏ, ਕਿੰਨੇ ਕੇਸਿਸ ਹੋਏ, ਕਿਉਂਕਿ ਜੁਡੀਸ਼ਰੀ ਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਅਪਾਇੰਟਮੈਂਟ ਜਿਹੜੀਆਂ ਨੇ ਜੱਜਾਂ ਦੀ ਅਪਾਇੰਟਮੈਂਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਸਾਡੇ ਕੋਲੇ ਫਾਸਟ ਟਰੈਕ ਕੋਰਟ ਨਹੀਂ ਹੈ, ਸਾਡੇ ਕੋਲੇ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਕਿ ਜਸਟਿਸ ਡਿਲੇ ਦੀ ਜਿਹੜੀਆਂ ਘਟਨਾਵਾਂ ਨੇ ਉਹ ਇੰਡੀਆ ਦੇ ਵਿੱਚ ਆਮ ਹੈ। ਔਰ ਇਹ ਕਿਹਾ ਜਾਂਦਾ ਹੈ ਕਿ ਜੇ ਜਸਟਿਸ ਡਿਲੇ ਹੈ ਤਾਂ ਉਹ ਜਸਟਿਸ ਨਹੀਂ ਮੰਨਿਆ ਜਾਂਦਾ, ਕਿਉਂਕਿ ਤੁਹਾਡੀ ਅੱਧੀ ਲਾਈਫ ਜੇ ਜਸਟਿਸ ਲੈਣ ਨੂੰ ਚਲੇ ਜਾਏ ਤਾਂ ਫਿਰ ਉਹ ਬਹੁਤ ਖਤਰਨਾਕ ਹੁੰਦਾ ਹੈ। ਵੈਲ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਇਨਵੈਸਟਰ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਸਿਕਿਉਰ ਮੰਨੇ ਜਾਂਦੇ ਨੇ, ਪਰ ਜੇ ਦੇਖਿਆ ਜਾਵੇ ਪਿਛਲੇ 2-3 ਸਾਲਾਂ ਤੋਂ ਇਨਵੈਸਟਰ ਜਿਹੜੇ ਨੇ ਉਹ ਇੰਨੇ ਘੱਟ ਆ ਰਹੇ ਨੇ, ਨਵੀਂ ਇੰਡਸਟਰੀਜ਼ ਨਹੀਂ ਲੱਗ ਰਹੀਆਂ। ਔਰ ਲਗਾਤਾਰ ਸਾਡੇ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਫਲਾਨੀ ਕੰਟਰੀ ਤੋਂ ਇਨਵੈਸਟਰ ਲੈ ਕੇ ਆਇਆ, ਫਲਾਨੀ ਕੰਟਰੀ ਤੋਂ ਇਨਵੈਸਟਰ ਲੈ ਕੇ ਆਇਆ। ਬਟ ਸਾਡੀ ਜਿਹੜੀ ਇਕੋਨਮੀ ਹੈ ਉਹ ਆਪਣੇ ਆਪ ਇੱਕ ਪ੍ਰੂਫ ਦੇ ਰਹੀ ਹੈ ਕਿ ਇਨਵੈਸਟਰਸ ਦੀ ਕਮੀ ਕਰਕੇ ਸਾਡੀ ਜਿਹੜੀ ਇਕੋਨਮੀ ਹੈ ਉਹ ਲਗਾਤਾਰ ਥੱਲੇ ਜਾ ਰਹੀ ਹੈ। ਵੈਲ ਇਹ ਸੀ। ਇਸ ਤੋਂ ਇਲਾਵਾ ਇਸ ਦੀ ਜਿਹੜੀ ਸਬ ਹੈਡਲਾਈਨ ਬਣੀ ਹੋਈ ਹੈ, ਸਬ ਹੈਡਲਾਈਨ ਦੇ ਵਿੱਚ ਲਿਖਿਆ ਹੈ ਕਿ ਸੁਪਰੀਮ ਕੋਰਟ ਜੱਜ ਹੇਲਸ ਮੋਦੀ ਐਜ਼ ਐਡਵਾਈਜ਼ਰੀ ਲੀਡਰ। Mr. Shah of Supreme Court describe PM Narendra Modi is a visionary leader. Well, this is a good ਕਿ ਉਹਨਾਂ ਨੇ ਪ੍ਰੇਜ਼ ਕੀਤੀ ਹੈ ਉਹਨਾਂ ਦੀ, ਪਰ ਫਿਲਹਾਲ ਕੋਈ ਕਿਸੇ ਤਰੀਕੇ ਦਾ ਵਿਜ਼ਨ ਜਿਹੜਾ ਹੈ ਉਹ ਕਿਸਾਨਾਂ ਨੂੰ ਲੈ ਕੇ ਇਹਨਾਂ ਦਾ ਵਿਜ਼ਨ ਇਹ ਲੱਗ ਰਿਹਾ ਹੈ ਕਿ ਜਾਂ ਤਾਂ ਫਿਰ ਇਹਨਾਂ ਦੀ ਜਿਹੜੀ ਨਿਗਾਹ ਵਾਲਾ ਚਸ਼ਮਾ ਹੈ ਉਹ ਕਿਸਾਨਾਂ ਨੂੰ ਦੇਖ ਨਹੀਂ ਰਿਹਾ, ਉਹ ਕਿਤੇ ਨਾ ਕਿਤੇ ਉਸ ਜਗ੍ਹਾ ਦੇ ਉੱਤੇ ਪਰਦਾ ਲੱਗਾ ਹੋਇਆ ਹੈ। ਇਸ ਕਰਕੇ ਜਾਂ ਫਿਰ ਦੂਸਰੀ ਵਜ੍ਹਾ ਕਿ ਉਹ ਉਸ ਚੀਜ਼ ਨੂੰ ਦੇਖਣਾ ਨਹੀਂ ਚਾਹੁੰਦੇ। ਇਹ ਇੱਕ ਬਹੁਤ ਵੱਡੀ ਗੱਲ ਹੈ। ਵੈਲ ਇਹ ਸੀ ਇੰਗਲਿਸ਼ ਟ੍ਰਿਬਿਊਨ। ਅੱਗੇ ਵਧਣਾ ਤੇ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ। ਵੈਲ ਪੰਜਾਬੀ ਟ੍ਰਿਬਿਊਨ ਨੇ ਵੀ ਸੇਮ ਜਿਹੜਾ ਹੈ ਸੇਮ ਹੈਡਲਾਈਨ ਜਿਹੜੀ ਹੈ ਉਹ ਬਣਾਈ ਹੈ, ਪੰਜਾਬ ਹਰਿਆਣਾ ਤੇ ਹੋਰ ਸੂਬਿਆਂ 'ਚ ਚੱਕਾ ਜਾਮ ਨੂੰ ਭਰਮਾ ਹੁੰਗਾਰਾ। ਇਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਸਬ ਹੈਡਲਾਈਨ ਵਿੱਚ ਲਿਖਿਆ ਜਾ ਰਿਹਾ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ 'ਚ 400 ਤੋਂ ਵੱਧ ਥਾਵਾਂ 'ਤੇ ਆਵਾਜਾਈ ਰੋਕੀ ਗਈ। ਪੰਜਾਬ ਦੇ ਵਿੱਚ 400 ਤੋਂ ਵੱਧ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਵਿੱਚ ਆਵਾਜਾਈ ਜਿਹੜੀ ਸੀ ਉਹ ਰੋਕ ਦਿੱਤੀ ਗਈ। ਇਸ ਤੋਂ ਇਲਾਵਾ ਖਾਪ ਪੰਚਾਇਤਾਂ ਦੀ ਅਗਵਾਈ 'ਚ ਰੋਕੀਆਂ ਸੜਕਾਂ। ਹਰਿਆਣਾ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਖਾਪ ਪੰਚਾਇਤਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਸੜਕਾਂ ਰੋਕੀਆਂ ਗਈਆਂ। ਕਿਸਾਨਾਂ ਨੇ ਐਂਬੂਲੈਂਸ ਨੂੰ ਦਿੱਤਾ ਰਾਹ। ਐਂਬੂਲੈਂਸ ਤੇ ਹੋਰ ਜਿਹੜੀਆਂ ਐਮਰਜੈਂਸੀਜ਼ ਚੀਜ਼ਾਂ ਸੀਗੀਆਂ ਉਹਨਾਂ ਨੂੰ ਹਮੇਸ਼ਾ ਖੁੱਲ੍ਹੇ ਰਹਿਣ ਦੀ ਜਿਹੜੀ ਇੱਕ ਦਰਖਾਸਤ ਸੀਗੀ ਸੰਯੁਕਤ ਮੋਰਚਾ ਵੱਲੋਂ ਕੀਤੀ ਗਈ, ਉਹ ਬਖੂਬੀ ਕਿਸਾਨ ਜਥੇਬੰਦੀਆਂ ਨੇ ਨਿਭਾਈ ਹੈ। ਇਸ ਤੋਂ ਇਲਾਵਾ ਜੇ ਮੈਂ ਅੱਗੇ ਗੱਲ ਕਰਾਂ ਤੇ ਜਥੇਬੰਦੀਆਂ ਵੱਲੋਂ ਬੰਦ ਸਫਲ ਬਣਾਉਣ ਲਈ ਲੋਕਾਂ ਦਾ ਧੰਨਵਾਦ। ਸਾਡੇ ਕਿਸਾਨ ਆਗੂਆਂ ਨੇ ਸੁਖਦੇਵ ਸਿੰਘ ਕੋਕਰੀ, ਕਲਾ ਬੂਟਾ ਸਿੰਘ, ਬੁਰਜਗਿੱਲ ਜਿਹੜੇ ਨੇ, ਡਾਕਟਰ ਦਰਸ਼ਨਪਾਲ, ਇਹਨਾਂ ਸਾਰਿਆਂ ਨੇ ਕਿਹਾ ਕਿ ਇਹ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਸਾਰੇ ਲੋਕਾਂ ਦਾ ਜਿਹੜੇ ਦਿੱਲੀ ਨਹੀਂ ਬੈਠੇ ਪਰ ਪੰਜਾਬ ਦੀਆਂ ਬਰੂਹਾਂ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਹੈ ਡਟ ਕੇ ਮੁਕਾਬਲਾ ਕਰ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ 26 ਜਨਵਰੀ ਤੋਂ ਬਾਅਦ 6 ਜਨਵਰੀ ਦਾ ਇਹ ਟ੍ਰਾਂਜੀਸ਼ਨ ਜਿਹੜਾ ਹੈ, ਪੀਸਫੁਲ ਟ੍ਰਾਂਜੀਸ਼ਨ ਜਿਹੜਾ ਹੈ, ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਔਰ ਸਰਕਾਰ ਨੂੰ ਦੱਸ ਰਿਹਾ ਹੈ ਕਿ ਤੁਸੀਂ ਜੋ ਕਰ ਰਹੀਆਂ ਨੇ ਉਹ ਗਲਤ ਕਰ ਰਹੇ ਹੋ। ਤੁਹਾਡੇ ਨਾਲ ਲੜਨ ਦੇ ਲਈ ਅਸੀਂ ਸਾਰੇ ਪੰਜਾਬ, ਹਰਿਆਣਾ, ਜੀ ਯੂਪੀ ਇਹ ਗੱਲ ਕਰ ਲਈਏ, ਉੱਤਰਾਖੰਡ ਦੀ ਗੱਲ ਕਰ ਲਈਏ ਕਿ ਅਸੀਂ ਰਲ ਕੇ ਖੜੇ ਹਾਂ। ਫਿਲਹਾਲ ਰਾਜਸਥਾਨ ਜਿਹੜਾ ਹੈ ਉਹ ਵੀ ਸਪੋਰਟ ਕਰ ਰਿਹਾ, ਪਰ ਐਡੀ ਐਵੀਡੈਂਟ ਸਪੋਰਟ ਜਿਹੜੀ ਹੈ ਉਹ ਨਹੀਂ ਆ ਰਹੀ ਜਿਵੇਂ ਇਹਨਾਂ ਦੋਨਾਂ ਸੂਬਿਆਂ ਦੇ ਵਿੱਚੋਂ ਆ ਰਹੀ ਹੈ। ਇਸ ਤੋਂ ਇਲਾਵਾ ਇਸ ਅਖਬਾਰ ਨੇ ਹੀ ਜਿਹੜਾ ਹੈ ਉਹ ਰਾਕੇਸ਼ ਟਿਕੈਤ ਦੀ ਜਿਹੜੀ ਸਟੇਟਮੈਂਟ ਹੈ ਕਿ ਅਸੀਂ 2 ਅਕਤੂਬਰ ਤੱਕ ਵੇਟ ਕਰ ਲਾਂਗੇ। ਟਿਕੈਤ ਨੇ ਕੇਂਦਰ ਨੂੰ 2 ਅਕਤੂਬਰ ਤੱਕ ਦਾ ਅਲਟੀਮੇਟਮ ਜਿਹੜਾ ਦੇ ਦਿੱਤਾ ਹੈ ਉਹਦੇ ਬਾਰੇ ਗੱਲ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਰੱਦ ਕਰਨ ਬਾਰੇ ਫੈਸਲਾ ਕਰਨ ਲਈ ਖੁੱਲ੍ਹਾ ਸਮਾਂ ਦੇ ਦਿੱਤਾ ਹੈ। ਇੱਕ ਤਰੀਕੇ ਨਾਲ ਬਹੁਤ ਵੱਡਾ ਜਿਹੜਾ ਸਮਾਂ ਹੈ। ਉਹਨਾਂ ਨੇ ਸਟੇਜ ਤੋਂ ਬੋਲਦਿਆਂ ਵੀ ਕਿਹਾ ਸੀ ਕਿ 2 ਅਕਤੂਬਰ ਜਿਹੜੀ ਹੈ ਉਦੋਂ ਤੱਕ ਅਸੀਂ ਡਟੇ ਰਵਾਂਗੇ ਔਰ ਉਸ ਤੋਂ ਬਾਅਦ ਅਸੀਂ ਆਪਣੀਆਂ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਬਾਕੀ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਉਲੀਕਾਂਗੇ ਔਰ ਅੱਗੇ ਵਧਾਂਗੇ। ਹੁਣ ਸਾਨੂੰ ਪਤਾ ਹੈ ਕਿ ਕਿਸਾਨ ਜਿਹੜੇ ਨੇ ਉਹਨਾਂ ਨੇ ਕਣਕ ਦੀ ਵਾਢੀ ਵੀ ਕਰਨੀ ਹੈ ਔਰ ਕਣਕ ਜਿਹੜੀ ਹੈ ਉਹ ਨਿਸਰ ਵੀ ਗਈ ਹੈ ਬਹੁਤ ਜ਼ਿਆਦਾ। ਮਤਲਬ ਹੁਣ ਸਮਾਂ ਜਿਹੜਾ ਹੈ ਮਾਰਚ, ਅਪ੍ਰੈਲ, ਮਈ, ਜੂਨ ਤੱਕ ਜਿਹੜਾ ਹੈ ਇੱਕ ਕਹਿ ਲਈਏ ਕਿ ਹੈਡੇਕ ਸਮਾਂ ਹੈ, ਇੱਕ ਤਰੀਕੇ ਦੇ ਨਾਲ ਬਿਜ਼ੀ ਰਹਿਣ ਵਾਲਾ ਸਮਾਂ ਹੈ। ਔਰ ਇਹ ਬਿਜ਼ੀ ਸਮੇਂ ਨੂੰ ਜਿਹੜਾ ਹੈ ਧਿਆਨ ਰੱਖਦੇ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੇ ਕਣਕ ਵੀ ਵੱਢਣੀ ਹੈ ਔਰ ਅੱਗੇ ਜਿਹੜਾ ਆਪਾਂ ਕਹਿ ਲਈਏ ਕਿ ਯੂਪੀ ਦੀ ਗੱਲ ਕਰ ਲਈਏ, ਹਰਿਆਣਾ ਦੀ ਗੱਲ ਕਰ ਲਈਏ, ਉੱਥੇ ਬਹੁਤ ਸਾਰਾ ਗੰਨੇ ਦੀ ਕਟਾਈ ਹੋਣੀ ਸ਼ੁਰੂ ਹੋ ਗਈ ਹੈ। ਸੋ ਸਮੇਂ ਨੂੰ ਦੇਖਦਿਆਂ ਹੋਏ ਉਹਨਾਂ ਨੇ ਕਿਹਾ ਕਿ ਤਕੜੇ ਹੋ ਜਾਓ, ਤੁਸੀਂ ਕੰਮਕਾਰ ਕਰੋ, ਫਿਰ ਵਾਪਸ ਆ ਜਾਓ, ਕਿਉਂਕਿ 2 ਅਕਤੂਬਰ ਤੱਕ ਸਾਡੇ ਕੋਲੇ ਟਾਈਮ ਹੈ। ਅਸੀਂ ਅਲਟੀਮੇਟਮ ਸਰਕਾਰ ਨੂੰ 2 ਅਕਤੂਬਰ ਦਾ ਦੇ ਦਿੱਤਾ ਹੈ। ਵੈਲ ਆਲ ਇਨ ਆਲ ਇਹ ਜਿਹੜੀਆਂ ਖਬਰਾਂ ਸਾਰੀਆਂ ਪੋਜ਼ੀਟਿਵ ਰਹੀਆਂ। ਔਰ ਅੱਗੇ ਵਧਣਾ ਜੇ ਮੈਂ ਨਵਾਂ ਜ਼ਮਾਨਾ ਦੀ ਗੱਲ ਕਰਾਂ
ਨਵਾਂ ਜ਼ਮਾਨਾ ਨੇ ਜਿਹੜਾ ਆਪਣਾ ਸਪਲੀਮੈਂਟ ਹੈ ਉਹ ਕਿਸਾਨੀ ਸੰਘਰਸ਼ ਨੂੰ ਦਿੱਤਾ ਹੈ। ਉਹਨਾਂ ਦਾ ਫਰੰਟ ਪੇਜ ਪੂਰਾ ਜਿਹੜਾ ਹੈ ਉਹ ਕਿਸਾਨੀ ਸੰਘਰਸ਼ ਬਾਰੇ ਗੱਲ ਕਰ ਰਿਹਾ ਹੈ ਔਰ ਉਹਨਾਂ ਨੇ ਇਤਿਹਾਸ ਜਿਹੜਾ ਹੈ ਇਸ ਕਿਸਾਨੀ ਸੰਘਰਸ਼ ਦਾ ਪੂਰੇ ਤਰੀਕੇ ਦੇ ਨਾਲ ਖਗੋਲਿਆ ਹੈ। ਕਿਸਾਨਾਂ ਸਭਾ ਦਾ ਘੋਲ ਬਾਰੇ ਦੱਸਿਆ ਕਿ ਕਿਵੇਂ ਇਹ ਜਿਹੜੀ ਗੱਲਬਾਤ ਹੈ ਸ਼ੁਰੂ ਹੋਈ, ਕਿਸ ਤਰੀਕੇ ਨਾਲ ਸ਼ੁਰੂ ਹੋਈ ਔਰ ਕਿਵੇਂ ਅਸੀਂ ਮੁੜ ਸੁਰਜੀਤ ਹੋਵਾਂਗੇ। ਵੈਲ ਇਹ ਸੀ ਅੱਜ ਦੇ ਜਿਹੜੇ ਅਖਬਾਰ ਨੇ ਉਹ ਕੀ ਕਹਿ ਰਹੇ ਨੇ। ਵੈਲ ਮੈਂ ਇਹਦੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਰਹਾਂਗਾ, ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।